ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਲੰਘੇ ਕੱਲ੍ਹ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪਿਆ। ਰਾਤ ਦੇ ਵੇਲੇ ਵੀ ਕੁਝ ਹਿੱਸਿਆਂ ਦੇ ਵਿੱਚ ਦੁਆਬਾ ਖੇਤਰ ਦੇ ਵਿੱਚ ਮੀਂਹ ਪੈਣ ਦੀਆਂ ਖਬਰਾਂ ਮਿਲੀਆਂ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 3 ਤੋਂ ਲੈ ਕੇ 4 ਦਿਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਭਰਵਾਂ ਮੀਂਹ ਪੈਣ ਦੀ ਸੰਭਾਵਨਾ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਚੋਖਾ ਮੀਂਹ ਪੈਣ ਦੀ ਆਸ ਹੈ। ਇਹ ਕਿੰਨਾ ਕੁ ਮੀਂਹ ਪੈਂਦਾ, ਕਿੱਥੇ ਕਿੱਥੇ ਪੈਂਦਾ, ਗਵਾਂਢੀ ਸੂਬਿਆਂ ਦੇ ਵਿੱਚ ਕਿਵੇਂ ਪੈਂਦਾ, ਇਹ ਵਕਤ ਬਿਆਨ ਕਰੂਗਾ। ਪਰ ਮੀਂਹ ਦੇ ਕਰਕੇ ਮਾਲਵੇ ਦੇ ਕਈ ਹਿੱਸਿਆਂ ਦੇ ਵਿੱਚ ਫਸਲ ਪਾਣੀ ਦੇ ਵਿੱਚ ਬੁਰੇ ਤਰੀਕੇ ਨਾਲ ਡੁੱਬ ਗਈ ਹੈ। ਨੁਕਸਾਨ ਉੱਥੇ ਫਸਲ ਦਾ ਕਾਫੀ ਵੱਡੇ ਪੱਧਰ ਦੇ ਉੱਤੇ ਹੋਇਆ। ਕਈ ਲੋਕਾਂ ਦੀਆਂ ਕੰਧਾਂ ਵੀ ਡਿੱਗੀਆਂ ਤੇ ਕਈ ਲੋਕਾਂ ਦੀਆਂ ਛੱਤਾਂ ਵੀ ਡਿੱਗ ਪਈਆਂ। ਇੱਕ ਹੋਰ ਕਮਾਲ ਦੀ ਗੱਲ ਦੱਸਦੇ ਹਾਂ। ਮੋਤੀ ਮਹਿਲ ਦੀ ਇੱਕ ਕੰਧ ਵੀ ਇਸ ਹਨੇਰੀ ਝੱਖੜ ਝੁੱਲੇ ਤੇ ਮੀਂਹ ਦੇ ਕਰਕੇ ਡਿੱਗ ਪਈ ਹੈ। ਹਾਲਾਂਕਿ ਆਮ ਤੌਰ ਦੇ ਉੱਤੇ ਜਾਂ ਤਾਂ ਫਿਰ ਕੰਧ ਉਦੋਂ ਡਿੱਗਦੀ ਹੈ ਜਦੋਂ ਬੰਦਾ ਕੋਈ ਮਾਤੜ ਹੋਵੇ ਤੇ ਉਹਦੇ ਕੋਲੇ ਕੱਢਣ ਦਾ ਮੌਕਾ ਨਾ ਹੋਵੇ ਜਾਂ ਉਹਦੇ ਕੋਲੇ ਪੈਸੇ ਨਾ ਹੋਣ, ਜਾਂ ਤਾਂ ਅਸੀਂ ਉਦੋਂ ਇੱਟਾਂ ਖਿਲਰੀਆਂ ਦੇਖਦੇ ਹਾਂ ਵੀ ਭਾਈ ਮਾਤੜ ਬੰਦਾ, ਉਹਦੀ ਪੇਸ਼ ਕੋਈ ਨਹੀਂ ਚੱਲਦੀ। ਤੇ ਜਾਂ ਫਿਰ ਜਦੋਂ ਕਿਸੇ ਕੋਲੇ ਇੰਨਾ ਸਰਮਾਇਆ ਹੋਵੇ ਤੇ ਇੰਨੇ ਮਹਿਲ ਮਨਾਰੇ ਹੋਣ ਤੇ ਪਤਾ ਹੀ ਨਹੀਂ ਲੱਗੇ ਕਿਹੜੇ ਪਾਸੇ ਦੀ ਕਿਹੜੀ ਕੰਧ ਡਿੱਗ ਪਈ ਹੈ। ਪਤਾ ਨਹੀਂ ਹਾਲੇ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਟੱਬਰ ਦੇ ਜੀਆਂ ਨੂੰ ਪਤਾ ਲੱਗਾ ਕਿ ਨਹੀਂ ਵੀ ਭਾਈ ਸਾਡੀ ਕੰਧ ਡਿੱਗ ਪਈ ਹੈ। ਪਰ ਮਤਲਬ ਇਹ ਹੈ ਵੀ ਪਟਿਆਲੇ ਵਾਲੇ ਪਾਸੇ ਇੰਨਾ ਕੁ ਮੀਂਹ ਹਨੇਰੀ ਝੱਖੜ ਝੁੱਲਾ ਸੀ ਜਿਹਦੇ ਕਰਕੇ ਮੋਤੀ ਮਹਿਲ ਦੀ ਮਜ਼ਬੂਤੀ ਵਾਲੀ ਕੰਧ ਵੀ ਡਿੱਗ ਪਈ ਆ। ਬਾਕੀ ਚਲੋ ਸਭ ਕੁਝ ਠੀਕ ਰਵੇ, ਤੰਦਰੁਸਤੀ ਦੇ ਵਿੱਚ ਹਰ ਕੋਈ ਰਵੇ, ਚੜ੍ਹਦੀ ਕਲਾ ਦੇ ਵਿੱਚ ਰਵੇ ਤੇ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਲੱਗੇ ਕੱਲ੍ਹ ਜੋ ਕੁਝ ਵਾਪਰਿਆ ਭਕਨਾ ਪਿੰਡ ਦੇ ਵਿੱਚ, ਸਭ ਤੋਂ ਪਹਿਲਾਂ ਉਹਦੀ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ। ਇਹ ਖਬਰ ਸਾਂਝੀ ਕਰਨੀ ਬਣਦੀ ਹੈ। ਭਕਨਾ ਪਿੰਡ ਹੈਗਾ ਜੀ ਸਰਹੱਦ ਦੇ ਉੱਤੇ ਲਗਭਗ 10 ਕਿਲੋਮੀਟਰ ਪਿੱਛੇ, ਤੇ ਉਸ ਥਾਂ ਦੇ ਉੱਤੇ ਦੋ ਉਹ ਗੈਂਗਸਟਰ ਪੁਲਿਸ ਦੀਆਂ ਗੋਲੀਆਂ ਦੇ ਨਾਲ ਮਾਰੇ ਗਏ ਆ, ਜਿਨ੍ਹਾਂ ਦੇ ਵੱਲੋਂ ਕਿ ਸਿੱਧੂ ਮੂਸੇਵਾਲਾ ਦੇ ਉੱਤੇ 29 ਮਈ ਨੂੰ ਗੋਲੀਆਂ ਚਲਾਈਆਂ ਗਈਆਂ ਸੀ ਜਵਾਰਕੇ ਪਿੰਡ ਦੇ ਵਿੱਚ। ਸਿੱਧੂ ਮੂਸੇਵਾਲੇ ਦਾ ਕਤਲ ਜਦੋਂ ਹੋਇਆ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ, ਦਿੱਲੀ ਦੀ ਪੁਲਿਸ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਕੁੱਲ 6 ਕਾਤਲ ਆ, 3 ਅਸੀਂ ਗ੍ਰਿਫਤਾਰ ਕਰ ਲਏ ਆ। ਪੰਜਾਬ ਦੀ ਪੁਲਿਸ ਦੇ ਵੱਲੋਂ ਵੀ ਪੜਤਾਲ ਲਗਾਤਾਰ ਕੀਤੀ ਜਾ ਰਹੀ ਸੀ, ਪਰ ਕਦੇ ਕਦੇ ਸਵਾਲ ਜ਼ਰੂਰ ਉੱਠਣ ਲੱਗ ਪਿਆ ਸੀ ਕਿ ਪੰਜਾਬ ਦੀ ਪੁਲਿਸ ਦੀ ਓਨੀ ਤਿੱਖੀ ਤੇ ਤੇਜ਼ ਕਾਰਵਾਈ ਨਹੀਂ ਜਿੰਨੀ ਕਿ ਦਿੱਲੀ ਦੀ ਪੁਲਿਸ ਨੇ ਆਪਣੀ ਕਾਰਵਾਈ ਪੇਸ਼ ਕੀਤੀ ਹੈ। ਪਰ ਲੰਘੇ ਕੱਲ੍ਹ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਪੁਲਿਸ ਦੇ ਵੱਲੋਂ ਮੁਕਾਬਲਾ ਕੀਤਾ ਗਿਆ, ਜਿਵੇਂ 5 ਘੰਟਿਆਂ ਬਾਅਦ 2 ਕਾਤਲ ਢੇਰ ਕੀਤੇ ਗਏ ਆ, ਤੇ ਜਿਸ ਤਰੀਕੇ ਦੇ ਨਾਲ ਇਹ ਕਤਲ ਹੋਣ ਤੋਂ ਬਾਅਦ ਜਦੋਂ ਇਹ ਦੋਨੋਂ ਗੈਂਗਸਟਰ ਮਾਰ ਦਿੱਤੇ ਗਏ ਆ, ਉਸ ਤੋਂ ਬਾਅਦ ਇੱਕ ਗੈਂਗਸਟਰ ਦੀ ਮਾਤਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੇਰੇ ਪੁੱਤ ਦੇ ਵੱਲੋਂ ਜੋ ਕੁਝ ਕੀਤਾ ਗਿਆ ਉਹਨੂੰ ਉਹਦੀ ਸਜ਼ਾ ਮਿਲਣੀ ਹੀ ਸੀ। ਤੇ ਇਹ ਵੀ ਗੱਲ ਕਹੀ ਗਈ ਹੈ ਵੀ ਜੇਕਰ ਮੇਰੇ ਪੁੱਤ ਨੇ ਗੁਨਾਹ ਕੀਤਾ ਤਾਂ ਉਹਨੂੰ ਸਜ਼ਾ ਮਿਲ ਗਈ ਹੈ, ਪਰ ਜੇਕਰ ਮੇਰੇ ਪੁੱਤ ਨੇ ਗੁਨਾਹ ਨਹੀਂ ਕੀਤਾ ਤਾਂ ਫਿਰ ਮੈਨੂੰ ਵੀ ਉਵੇਂ ਇਨਸਾਫ ਮਿਲੂਗਾ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦੀ ਮਾਂ ਨੂੰ ਇਨਸਾਫ ਮਿਲਿਆ। ਸੋ ਮਤਲਬ ਕਹਿਣ ਦਾ ਇਹ ਹੈ ਵੀ ਜਿਹੜੇ ਲੋਕ ਗਲਤ ਕੰਮ ਕਰਦੇ ਆ ਉਹਨਾਂ ਦਾ ਹਸ਼ਰ ਗਲਤ ਹੀ ਹੋਣਾ, ਉਹਨਾਂ ਦਾ ਹਸ਼ਰ ਮਾੜਾ ਹੀ ਹੋਣਾ। ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਗੈਂਗਸਟਰਾਂ ਦੇ ਵੱਲੋਂ ਮੁਕਾਬਲਾ ਕੀਤਾ ਗਿਆ, ਜਿਵੇਂ 5 ਘੰਟੇ ਇਹਨਾਂ ਦੇ ਵੱਲੋਂ ਮੂਹਰੋਂ ਗੋਲੀਆਂ ਚਲਾਈਆਂ ਗਈਆਂ, ਜਿਸ ਤਰੀਕੇ ਨਾਲ AK-47 ਕੋਲ ਸੀ। ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਤੇ ਗੋਲੀਆਂ ਮਾਰੀਆਂ ਗਈਆਂ, ਸਭ ਤੋਂ ਪਹਿਲਾਂ ਇਹਨਾਂ ਦੋਹਾਂ ਗੈਂਗਸਟਰਾਂ ਦੇ ਵਿੱਚੋਂ ਇੱਕ ਜਣਾ ਜਿਹਨੇ ਸਭ ਤੋਂ ਪਹਿਲਾਂ ਪਹਿਲੀ ਗੋਲੀ ਸਿੱਧੂ ਮੂਸੇਵਾਲੇ ਤੇ ਮਾਰੀ ਸੀ। ਸੋ ਉਸ ਵਕਤ ਤੋਂ ਲੈ ਕੇ ਅੱਜ ਤੱਕ ਮਨ ਦੇ ਵਿੱਚ ਹਰ ਕਿਸੇ ਦੇ ਇਹੀ ਸਵਾਲ ਸੀ ਕਿ ਪੁਲਿਸ ਦੇ ਵੱਲੋਂ ਕੀ ਕੀਤਾ ਜਾਊਗਾ, ਕੀ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਇਨਸਾਫ ਮਿਲੂਗਾ। ਹੁਣ ਸਿੱਧੂ ਦੇ ਪਰਿਵਾਰਕ ਜੀਆਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਨਸਾਫ ਦੀ ਸਾਨੂੰ ਆਸ ਸੀ ਤੇ ਇਨਸਾਫ ਸਾਨੂੰ ਮਿਲੂਗਾ। ਸਾਨੂੰ ਇਸ ਗੱਲ ਦੀ ਪੂਰੀ ਆਸ ਹੈ ਵੀ ਸਾਡੇ ਪੁੱਤ ਦੇ ਨਾਲ ਜੋ ਕੁਝ ਵਾਪਰਿਆ ਇਹ ਕਿਸੇ ਹੋਰ ਦੇ ਨਾਲ ਨਹੀਂ ਵਾਪਰੂਗਾ। ਤੇ ਜਿੰਨੀ ਦੇਰ ਤੱਕ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹੋਏ ਗੈਂਗਸਟਰ ਕਾਬੂ ਨਹੀਂ ਕੀਤੇ ਜਾਂਦੇ, ਉਨੀ ਦੇਰ ਤੱਕ ਭਾਰਤ ਦੇ ਵਿੱਚ ਇਹ ਗੈਂਗਸਟਰ ਗਤੀਵਿਧੀਆਂ ਨੂੰ ਠੱਲ ਨਹੀਂ ਪੈ ਸਕਦੀ। ਗੱਲ ਉਹਨਾਂ ਦੀ ਸਹੀ ਆਪਣੀ ਥਾਂ ਦੇ ਉੱਤੇ, ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕੱਲ੍ਹ ਇਨਕਾਊਂਟਰ ਹੋਇਆ, ਕਿਵੇਂ ਮੁਕਾਬਲਾ ਕੀਤਾ ਗਿਆ, 3 ਪੁਲਿਸ ਮੁਲਾਜ਼ਮ ਕਿਵੇਂ ਜ਼ਖਮੀ ਹੋਏ ਆ, ਇੱਕ ਪੱਤਰਕਾਰ ਦੇ ਲੱਤ ਦੇ ਵਿੱਚ ਗੋਲੀ ਕਿਵੇਂ ਲੱਗੀ ਹੈ, ਤੇ 2 ਗੈਂਗਸਟਰ ਢੇਰ ਕਿਵੇਂ ਹੋਏ ਆ। ਪਹਿਲਾਂ ਵੇਰਵਾ ਫਿਰ ਕਰਾਂਗੇ ਟਿੱਪਣੀ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਵਿੱਚ 2 ਗੈਂਗਸਟਰਾਂ ਨੂੰ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਦੇ ਵਿੱਚ ਮਾਰ ਦਿੱਤਾ। ਭਾਰਤ ਪਾਕਿਸਤਾਨ ਬਾਰਡਰ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਦੇ ਵਿੱਚ ਤਕਰੀਬਨ 5 ਘੰਟੇ ਇਨਕਾਊਂਟਰ ਚੱਲਿਆ। ਮਰਨ ਵਾਲੇ ਗੈਂਗਸਟਰਾਂ ਦੇ ਨਾਂ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ ਨੇ। ਇਸ ਆਪਰੇਸ਼ਨ ਦੇ ਵਿੱਚ 3 ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਨੇ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ADGP ਪ੍ਰਮੋਦ ਬਾਣ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਮਰਡਰ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸਾਂ। ਸਾਡੀ ਟਾਸਕ ਫੋਰਸ ਨੇ ਇਸ ਇਲਾਕੇ ਦੇ ਵਿੱਚ ਕੁਝ ਮੂਵਮੈਂਟ ਦੇਖੀ। ਸੀਕ੍ਰੇਟ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਮਰਡਰ ਦੇ ਵਿੱਚ ਸ਼ਾਮਲ 2 ਗੈਂਗਸਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਨੂੰ ਇਨਕਾਊਂਟਰ ਦੇ ਵਿੱਚ ਢੇਰ ਕਰ ਦਿੱਤਾ ਗਿਆ।
ਟੀਮ ਨੇ ਗੈਂਗਸਟਰਾਂ ਦੇ ਕੋਲੋਂ ਇੱਕ AK-47 ਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਰੂਪਾ ਤੇ ਮੰਨੂ ਪਾਕਿਸਤਾਨ ਭੱਜਣ ਦੀ ਫਿਰਾਕ ਦੇ ਵਿੱਚ ਨੇ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੰਡੋ-ਪਾਕ ਇੰਟਰਨੈਸ਼ਨਲ ਬਾਰਡਰ ਦੇ ਨੇੜੇ ਠਹਿਰੇ ਹੋਏ ਨੇ। ਮੂਸੇਵਾਲਾ ਦੇ ਮਰਡਰ ਤੋਂ ਬਾਅਦ ਪਿਛਲੇ 52 ਦਿਨ ਤੋਂ ਪੁਲਿਸ ਰੂਪਾ ਤੇ ਮੰਨੂ ਦੀ ਭਾਲ ਕਰ ਰਹੀ ਸੀ। ਇਹ ਦੋਵੇਂ ਅੰਮ੍ਰਿਤਸਰ ਜ਼ਿਲ੍ਹੇ ਦੇ ਭਕਨਾ ਪਿੰਡ ਵਿੱਚ ਖੇਤਾਂ ਦੇ ਵਿੱਚ ਬਣੇ ਇੱਕ ਮਕਾਨ ਦੇ ਵਿੱਚ ਲੁਕੇ ਹੋਏ ਸਨ। ਭਕਨਾ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਸ ਘਰ ਦੇ ਵਿੱਚ ਕੋਈ ਨਹੀਂ ਰਹਿੰਦਾ। ਇਨਕਾਊਂਟਰ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਸਪੈਸ਼ਲ ਆਪਰੇਸ਼ਨ ਸੈੱਲ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਜਵਾਨ ਸ਼ਾਮਲ ਰਹੇ। ਇਸ ਤੋਂ ਇਲਾਵਾ ਪੁਲਿਸ ਦੇ ਬੈਸਟ ਸ਼ੂਟਰ ਤੇ ਕੁਇਕ ਰਿਐਕਸ਼ਨ ਟੀਮ ਵੀ ਪਹੁੰਚੀ। ਇਨਕਾਊਂਟਰ ਦੇ ਦੌਰਾਨ ਪੁਲਿਸ ਨੇ 2 ਕਿਲੋਮੀਟਰ ਦਾ ਇਲਾਕਾ ਸੀਲ ਕੀਤਾ। ਇਸ ਦੌਰਾਨ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ। ਪੁਲਿਸ ਨੇ ਸਵੇਰੇ ਤਕਰੀਬਨ 11 ਵਜੇ ਗੈਂਗਸਟਰਾਂ ਨੂੰ ਘੇਰਿਆ। ਸ਼ੁਰੂਆਤੀ 2 ਘੰਟਿਆਂ ਦੇ ਵਿੱਚ ਦੋਨਾਂ ਪਾਸਿਆਂ ਤੋਂ ਜ਼ੋਰਦਾਰ ਫਾਇਰਿੰਗ ਹੋਈ। ਗੈਂਗਸਟਰਾਂ ਨੇ ਪੁਲਿਸ ਦੇ ਉੱਤੇ AK-47 ਤੇ ਹੋਰ ਹਥਿਆਰਾਂ ਨਾਲ ਗੋਲੀਆਂ ਦਾਗੀਆਂ। ਪੁਲਿਸ ਦੇ ਮੁਤਾਬਕ ਮੂਸੇਵਾਲਾ ਦੇ ਕਤਲ ਦੇ ਵਿੱਚ ਇਸਤੇਮਾਲ ਹੋਏ ਹਥਿਆਰ ਇਹਨਾਂ ਗੈਂਗਸਟਰਾਂ ਦੇ ਕੋਲ ਸਨ। ਉਹ ਇਹਨਾਂ ਹਥਿਆਰਾਂ ਦੇ ਨਾਲ ਪੁਲਿਸ ਦੇ ਉੱਤੇ ਹਮਲਾ ਕਰਦੇ ਰਹੇ। ਸ਼ਾਰਪ ਸ਼ੂਟਰ ਕੁੱਸਾ ਗੈਂਗਸਟਰ ਲਾਰੈਂਸ ਤੇ ਉਸ ਦੇ ਕੈਨੇਡਾ ਬੈਠੇ ਸਾਥੀ ਗੋਲਡੀ ਬਰਾੜ ਦਾ ਕਰੀਬੀ ਹੈ। 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਜਵਾਰਕੇ ਪਿੰਡ ਦੇ ਵਿੱਚ ਮੂਸੇਵਾਲਾ ਨੂੰ AK-47 ਨਾਲ ਪਹਿਲੀ ਗੋਲੀ ਮੰਨੂ ਨੇ ਹੀ ਮਾਰੀ ਸੀ। ਇਸ ਤੋਂ ਪਹਿਲਾਂ ਜੇਲ੍ਹ ਦੇ ਵਿੱਚ ਮੰਨੂ ਦੀ ਮਾਰਕੁੱਟ ਦਾ ਇੱਕ ਵੀਡੀਓ ਵਾਇਰਲ ਕੀਤਾ ਗਿਆ ਸੀ। ਮੰਨੂ ਨੂੰ ਸ਼ੱਕ ਸੀ ਕਿ ਵਿਰੋਧੀ ਬੰਬੀਹਾ ਗੈਂਗ ਨੇ ਉਸ ਦੀ ਇਹ ਮਾਰਕੁੱਟ ਕਰਵਾ ਕੇ ਬਦਨਾਮੀ ਕਰਵਾਈ ਹੈ। ਇਸੇ ਕਰਕੇ ਉਹ ਗੁੱਸੇ ਦੇ ਵਿੱਚ ਸੀ ਤੇ ਬੰਬੀਹਾ ਗੈਂਗ ਦੇ ਨੇੜੇ ਹੋਣ ਦਾ ਸ਼ੱਕ ਪਾਲਣ ਵਾਲੇ ਮੂਸੇਵਾਲਾ ਦੇ ਕਤਲ ਦੇ ਵਿੱਚ ਵੀ ਉਹ ਇਸੇ ਵਜ੍ਹਾ ਕਰਕੇ ਸ਼ਾਮਲ ਹੋਇਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਭਵਿੱਖ ਦੇ ਵਿੱਚ ਕਦੇ ਵੀ ਇਹੋ ਜਿਹੀ ਕੋਈ ਵਾਰਦਾਤ ਨਾ ਵਾਪਰੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਰ ਇਹ ਗੱਲ ਜ਼ਰੂਰ ਬੇਨਤੀ ਦੇ ਰੂਪ ਦੇ ਵਿੱਚ ਹੈ ਵੀ ਜਦੋਂ ਕਿਤੇ ਵੀ ਕੁਝ ਅਣਸੁਖਾਵਾਂ ਵਾਪਰਦਾ ਤੇ ਉਹਦੀ ਅਸੀਂ ਸਾਰ ਪੀੜਤ ਪਰਿਵਾਰ ਦੀ ਲੈਂਦੇ ਹੀ ਰਹਿ ਗਏ। ਹਾਲਾਂਕਿ ਬਹੁਤ ਸਾਰੇ ਲੋਕ 2 ਮਹੀਨੇ ਲਗਭਗ ਹੋਣ ਵਾਲੇ ਆ, 29 ਜੁਲਾਈ ਨੂੰ 2 ਮਹੀਨੇ ਹੋ ਜਾਣੇ ਮੂਸੇਵਾਲਾ ਦੇ ਕਤਲ ਨੂੰ, ਤੇ ਉਸ ਤੋਂ ਬਾਅਦ ਅੱਜ ਤੱਕ ਲੋਕ ਮੂਸੇਵਾਲਾ ਦੇ ਪਰਿਵਾਰ ਦੇ ਮੈਂਬਰਾਂ ਦੀ ਮਾਂ-ਬਾਪ ਦੀ ਸਾਰ ਲੈ ਰਹੇ ਆ। ਹੁਣ ਮਾਂ-ਬਾਪ ਦੇ ਵੱਲੋਂ ਪਿਛਲੇ ਦਿਨੀ ਪੋਸਟ ਪਾ ਕੇ ਗੱਲ ਕਹੀ ਗਈ ਸੀ ਕਿ ਅਸੀਂ ਕੁਝ ਕੁ ਮਹੀਨਿਆਂ ਵਾਸਤੇ ਜਾ ਰਹੇ ਹਾਂ ਕਿਤੇ, ਤੇ ਇਸ ਕਰਕੇ ਬਾਅਦ ਦੇ ਵਿੱਚ ਜਿਹੜੇ ਆ ਉਹ ਲੋਕ ਦੁੱਖ ਵੰਡਾਉਣ ਦੇ ਲਈ, ਹਮਦਰਦੀ ਜ਼ਾਹਰ ਕਰਨ ਦੇ ਲਈ, ਗੱਲਬਾਤ ਦੇ ਲਈ ਇੱਥੇ ਆਉਣ। ਉਹ ਕਿੱਥੇ ਗਏ ਨੇ, ਚਲੋ ਇਹ ਉਹਨਾਂ ਦਾ ਪਰਿਵਾਰਕ ਮਸਲਾ, ਇਹ ਉਹਨਾਂ ਦੀ ਨਿੱਜੀ ਗੱਲ ਹੈਗੀ ਆ। ਪਰ ਜਿਸ ਤਰੀਕੇ ਦੇ ਨਾਲ ਟੱਬਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਤੇ ਜਿਸ ਤਰੀਕੇ ਦੇ ਨਾਲ ਇਹ ਇਨਕਾਊਂਟਰ ਦੀ ਖਬਰ ਸਾਹਮਣੇ ਆਈ ਹੈ ਤੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਸਾਨੂੰ ਇਸ ਗੱਲ ਦੇ ਕਰਕੇ ਰਾਹਤ ਮਿਲੀ ਹੈ ਵੀ ਜਿਨ੍ਹਾਂ ਨੇ ਬੇਕਸੂਰ ਬੰਦੇ ਨੂੰ ਮਾਰਿਆ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ। 3 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਆ, ਉਹਦੇ ਵਿੱਚ 1 ਪੁਲਿਸ ਮੁਲਾਜ਼ਮ ਗੰਭੀਰ ਹੈ। ਇਹ ਤਿੰਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਆ। ਪਰ ਲੰਘੇ ਕੱਲ੍ਹ ਇੱਕ ਪੱਤਰਕਾਰ ਦੀ ਵੀ ਲੱਤ ਦੇ ਵਿੱਚ ਗੋਲੀ ਲੱਗਣ ਦੀ ਖਬਰ ਮਿਲੀ ਹੈ। ਮੈਂ ਇਸ ਗੱਲ ਦੇ ਉੱਤੇ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ। ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਜਦੋਂ ਮੁੰਬਈ ਦੇ ਵਿੱਚ ਤਾਜ ਹੋਟਲ ਵਾਲਾ ਮਾਮਲਾ ਸਾਹਮਣੇ ਆਇਆ ਸੀ, ਉਸ ਵੇਲੇ ਵੀ ਮੀਡੀਆ ਦੇ ਵੱਲੋਂ ਲਾਈਵ ਸਾਰਾ ਕੁਝ ਕੀਤਾ ਜਾ ਰਿਹਾ ਸੀ ਤੇ ਪਤਾ ਇਹ ਵੀ ਲੱਗਾ ਸੀਗਾ ਵੀ ਜਿਹੜੇ ਉਹ ਬਦਮਾਸ਼ ਸੀ, ਜਿਹੜੇ ਲੋਕਾਂ ਦੇ ਵੱਲੋਂ ਉਹ ਕੁਝ ਕੀਤਾ ਗਿਆ ਸੀ, ਉਹ ਉਸ ਚੀਜ਼ ਨੂੰ ਦੇਖ ਕੇ ਵੀ ਲਾਈਵ ਹੋ ਰਿਹਾ ਤੇ ਉਹ ਸਾਰੀ ਮੂਵਮੈਂਟ ਵੀ ਇੱਥੇ ਆ ਕੁਝ ਹੋ ਰਿਹਾ, ਇੱਥੇ ਆ ਕੁਝ ਹੋ ਰਿਹਾ, ਉਹ ਉਸ ਨੂੰ ਵੇਖ ਕੇ ਆਪਦਾ ਬਚਾਅ ਵੀ ਕਰਦੇ ਰਹੇ ਸੀ। ਕਿਉਂਕਿ ਮੀਡੀਆ ਨੂੰ ਕਾਹਲ ਹੁੰਦੀ ਹੈ ਜੀ ਕਿ ਅਸੀਂ ਹਰ ਥਾਂ ਤੋਂ ਸਿੱਧਾ ਪ੍ਰਸਾਰਣ ਕਰੀਏ, ਪਰ ਕਈ ਥਾਵਾਂ ਤੇ ਗੰਭੀਰਤਾ, ਵਕਤ ਨੂੰ ਦੇਖ ਕੇ, ਮਸਲੇ ਨੂੰ ਦੇਖ ਕੇ, ਵਿਸ਼ੇ ਨੂੰ ਦੇਖ ਕੇ ਥੋੜ੍ਹਾ ਜਿਹਾ ਚੁੱਪ ਵੀ ਰਹਿਣਾ ਚਾਹੀਦਾ ਵੀ ਭਾਈ ਅਸੀਂ ਹਰ ਗੱਲ ਨੂੰ ਉਵੇਂ ਨੰਗੀ ਨਾ ਕਰੀਏ ਜਿਵੇਂ ਕਿ ਦੂਜੇ ਨੂੰ ਫਾਇਦਾ ਹੁੰਦਾ ਹੋਵੇ ਤੇ ਦੂਜੇ ਦਾ ਕੋਈ ਲਾਭ ਹੁੰਦਾ ਹੋਵੇ ਉਹਦੇ ਵਿੱਚ। ਉਸੇ ਤਰੀਕੇ ਨਾਲ ਕੱਲ੍ਹ ਵੀ ਦੇਖਣ ਨੂੰ ਮਿਲਿਆ, ਜਿਵੇਂ ਕਿ ਕ੍ਰਿਕਟ ਦਾ ਮੈਚ ਹੁੰਦਾ ਤੇ ਪਲ ਪਲ ਦੀ ਜਾਣਕਾਰੀ ਮਿਲਦੀ ਆ ਵੀ ਇਹਨੇ ਇਸ ਓਵਰ ਦੇ ਵਿੱਚ ਆਊਟ ਕਰਤਾ ਫਲਾਣੇ ਨੂੰ ਤੇ ਇਹਨੇ ਇਸ ਓਵਰ ਦੇ ਵਿੱਚ ਇੰਨੇ ਰਨ ਬਣਾ ਲਏ, ਹੁਣ ਕਿਹੜਾ ਖਿਡਾਰੀ ਜਾ ਰਿਹਾ ਤੇ ਹੁਣ ਕੀ ਹੋ ਰਿਹਾ। ਬਿਲਕੁਲ ਇਸ ਇਨਕਾਊਂਟਰ ਨੂੰ ਇਵੇਂ ਹੀ ਕਈ TV ਚੈਨਲਾਂ ਦੇ ਵੱਲੋਂ ਪੇਸ਼ ਕੀਤਾ ਗਿਆ। ਮੈਂ ਹੈਰਾਨ ਸੀ ਵੀ ਜੇਕਰ ਅਸੀਂ ਸਾਰੇ ਲੋਕ ਦੇਖ ਰਹੇ ਹਾਂ ਇਹ ਸਾਰਾ ਕੁਝ, ਤਾਂ ਕੀ ਗੈਂਗਸਟਰਾਂ ਦੇ ਨੇੜਲੇ ਜਾਂ ਖੁਦ ਗੈਂਗਸਟਰ ਇਹ ਸਾਰਾ ਕੁਝ ਦੇਖ ਕੇ ਜਾਣਕਾਰੀ ਨਹੀਂ ਦਿੰਦੇ ਹੋਣੇ ਵੀ ਇੱਧਰਲੇ ਪਾਸਿਓਂ ਆਹ ਕੁਝ ਹੋ ਰਿਹਾ ਤੇ ਇੱਧਰਲੇ ਪਾਸੇ ਪੁਲਿਸ ਖੜੀ ਆ, ਇੱਧਰਲੇ ਪਾਸਿਓਂ ਗੋਲੀ ਚੱਲਦੀ ਹੈ ਤੇ ਤੁਸੀਂ ਇੱਧਰਲੇ ਪਾਸੇ ਤੇ ਤੁਸੀਂ ਇੱਧਰਲੇ ਪਾਸੇ ਨੂੰ ਹੋ ਜਾਓ ਤਾਂ ਬਚਾਅ ਹੋ ਸਕਦਾ। ਸੋ ਕਹਿਣ ਦਾ ਭਾਵ ਹੈ ਜੀ ਕਿ ਕੱਲੀ ਜਾਣਕਾਰੀ ਮੀਡੀਆ ਦੇ ਕਈ ਅੰਗਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ, ਚੈਨਲਾਂ ਵਾਲਿਆਂ ਦੇ ਵੱਲੋਂ ਲਾਈਵ ਹੋ ਕੇ ਮੁਹੱਈਆ ਕਰਵਾਈ ਗਈ ਹੈ। ਦੁੱਖ ਹੋਇਆ ਉਹਨਾਂ ਦੇ ਉੱਤੇ ਵੀ ਉਹ ਆਪਣੇ ਨੰਬਰ ਬਣਾਉਣ ਦੇ ਚੱਕਰ ਦੇ ਵਿੱਚ, ਉਹ ਆਪਣਾ ਖੱਟੀ ਖੱਟਣ ਦੇ ਚੱਕਰ ਦੇ ਵਿੱਚ, ਉਹ ਸਭ ਤੋਂ ਲਾਈਵ ਸਿੱਧੀ ਕਵਰੇਜ ਪੇਸ਼ ਕਰਨ ਦੇ ਚੱਕਰ ਦੇ ਵਿੱਚ ਮਸਲੇ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਇੱਦਾਂ ਪੁਲਿਸ ਆਪਰੇਸ਼ਨ ਦਾ ਨੁਕਸਾਨ ਵੀ ਹੋ ਸਕਦਾ। ਸੋ ਨੁਕਸਾਨ ਨਹੀਂ ਹੋਇਆ ਪੁਲਿਸ ਆਪਰੇਸ਼ਨ ਦਾ, ਇਹਦੀ ਤਾਂ ਚਲੋ ਬੜੀ ਚੰਗੀ ਗੱਲ ਹੈ ਵੀ ਭਾਈ ਜਿਹੜੇ ਕਾਤਲ ਆ ਉਹ ਮਾਰ ਦਿੱਤੇ ਗਏ ਆ। ਪਰ ਗੱਲ ਇਹ ਆ ਵੀ ਮੀਡੀਆ ਨੂੰ ਹਰ ਥਾਂ ਦੇ ਉੱਤੇ ਸਿੱਧਾ ਲਾਈਵ ਪ੍ਰਸਾਰਨ ਦੇ ਚੱਕਰ ਦੇ ਵਿੱਚ
ਹਰ ਮੁੱਦਾ ਨੰਗਾ ਨਹੀਂ ਕਰ ਲੈਣਾ ਚਾਹੀਦਾ। ਕਈ ਥਾਵਾਂ ਦੇ ਉੱਤੇ ਮਸਲੇ ਦੀ ਗੰਭੀਰਤਾ ਨੂੰ ਸਮਝਣਾ ਵੀ ਚਾਹੀਦਾ। ਪੱਤਰਕਾਰ ਨਿਰਪੱਖਤਾ ਦੀ ਗੱਲ ਕਰੇ, ਬਹੁਤ ਵਧੀਆ ਗੱਲ ਆ, ਪਰ ਗੱਲ ਇਹ ਵੀ ਜਿਸ ਤਰੀਕੇ ਦੀ ਗੰਭੀਰ ਵਿਸ਼ਾ ਸੀਗਾ, ਇਹਦੇ ਬਾਬਤ ਸੋਚਣਾ ਚਾਹੀਦਾ ਵੀ ਭਾਈ ਕੀ ਅਸੀਂ ਜੋ ਕਰ ਰਹੇ ਹਾਂ ਉਹ ਸਹੀ ਹੈਗਾ। ਸੋ ਪੁਲਿਸ ਦੇ ਵੱਲੋਂ ਅਗਲੇਰੀ ਕਾਰਵਾਈ ਕੀ ਕੀਤੀ ਜਾਊਗੀ, ਜਿਹੜੇ ਗੈਂਗਸਟਰ ਦਿੱਲੀ ਤੋਂ ਲਿਆ ਕੇ ਰਿਮਾਂਡ ਦੇ ਉੱਤੇ ਇੱਥੇ ਪੁੱਛਗਿੱਛ ਕੀਤੀ ਗਈ ਹੈ ਜਾਂ ਕੀਤੀ ਜਾ ਰਹੀ ਹੈ, ਉਸ ਮਾਮਲੇ ਦੇ ਵਿੱਚੋਂ ਕੀ ਹੋਰ ਨਿਕਲ ਕੇ ਸਾਹਮਣੇ ਆਊਗਾ, ਇਹ ਵਕਤ ਬਿਆਨ ਕਰੂਗਾ। ਪਰ ਪੁਲਿਸ ਦੇ ਵੱਲੋਂ, ਦਿੱਲੀ ਦੀ ਪੁਲਿਸ ਦੇ ਵੱਲੋਂ 6 ਗੈਂਗਸਟਰਾਂ ਦੀ ਗੱਲ ਕੀਤੀ ਗਈ ਸੀ। 6 ਸ਼ਾਰਪ ਸ਼ੂਟਰ ਆ, 3 ਗ੍ਰਿਫਤਾਰ ਕੀਤੇ ਗਏ ਸੀ ਤੇ 2 ਜਿਹੜੇ ਉਹ ਪੰਜਾਬ ਦੀ ਪੁਲਿਸ ਦੇ ਵੱਲੋਂ ਮਾਰ ਦਿੱਤੇ ਗਏ ਆ ਤੇ 1 ਗੈਂਗਸਟਰ ਬਾਕੀ ਇਸ ਮਾਮਲੇ ਦੇ ਵਿੱਚ। ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਉੱਤੇ ਰਾਜਨੀਤੀ ਪਹਿਲਾਂ ਵੀ ਹੁੰਦੀ ਰਹੀ ਆ, ਅੱਜ ਵੀ ਫੇਰ ਸ਼ੁਰੂ ਹੋਈ ਹੈ। ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ, ਸਵਾਲ ਸਭ ਤੋਂ ਵੱਡਾ ਇਹ ਹੈ ਕਿ ਸੂਬਾਈ ਸਰਕਾਰਾਂ ਦੀ ਇਸ ਮਾਮਲੇ 'ਚ ਇੱਛਾ ਸ਼ਕਤੀ ਦੀ ਘਾਟ ਹੈ ਜਾਂ ਕੇਂਦਰ ਦੀ ਸਰਕਾਰ ਨੂੰ ਇਹ ਲੱਗਦਾ ਵੀ ਇਹ ਮੁੱਦਾ ਵੋਟਾਂ ਦੇਣ ਵਾਲਾ ਨਹੀਂ। ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਜਿਹੜਾ, ਖਾਸ ਕਰਕੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ, ਇਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਵੀ ਗੂੰਜਿਆ ਸੀ। ਪਰ ਗੱਲ ਇਹ ਹੈ ਵੀ ਉਸ ਵਕਤ ਇਸ ਮੁੱਦੇ ਦੇ ਉੱਤੇ ਮਿੱਟੀ ਜੀ ਪੈ ਗਈ ਜਾਂ ਮਿੱਟੀ ਜੀ ਪਾ ਦਿੱਤੀ ਗਈ। ਉਸ ਵਕਤ ਵੀ ਇਹ ਗੱਲ ਉੱਠੀ ਜੀ ਕਿ ਜੇਕਰ ਦਿੱਲੀ ਦੀ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਗੱਲ ਹੈ ਤਾਂ ਕੇਜਰੀਵਾਲ ਸਾਹਿਬ ਘੁੱਗੀ ਮਾਰ ਕੇ ਤੇ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਗੱਲ ਕਿਉਂ ਨਹੀਂ ਕਰਦੇ। ਹੁਣ ਇਸ ਮਾਮਲੇ ਤੇ ਨਵੀਂ ਜਾਣਕਾਰੀ ਆਈ ਹੈ। ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਹ ਮਾਮਲਾ ਦਿੱਲੀ ਦੀ ਸਰਕਾਰ ਦੇ ਅੰਡਰ ਹੈ। ਦਿੱਲੀ ਦੀ ਸਰਕਾਰ ਨੂੰ ਜਦੋਂ ਸਵਾਲ ਕਰਦੇ ਉਹ ਕਹਿੰਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ, ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਲਈ ਜਿਹੜੀ ਸਜ਼ਾ ਸਮੀਖਿਆ ਕਮੇਟੀ ਜਾਂ ਬੋਰਡ ਬਣਾਇਆ ਗਿਆ, ਇਹ ਉਹਨੇ ਤੈਅ ਕਰਨਾ। ਜਦੋਂ ਉਹ ਕਹਿ ਦੇਣਗੇ ਫਿਰ ਅਸੀਂ ਵੀ ਸਾਈਨ ਕਰ ਦਿਆਂਗੇ। ਮਤਲਬ ਇਹ ਆ ਵੀ ਇੱਕ ਧਿਰ ਨੇ ਦੂਜੀ ਦੇ ਉੱਤੇ ਗੱਲ ਪਾਤੀ, ਦੂਜੀ ਨੇ ਸਜ਼ਾ ਸਮੀਖਿਆ ਬੋਰਡ ਤੇ ਗੱਲ ਪਾਤੀ। ਹੁਣ ਸਜ਼ਾ ਸਮੀਖਿਆ ਬੋਰਡ ਕੀ ਕਹਿੰਦਾ ਇਹ ਆਉਣ ਵਾਲਾ ਵਕਤ ਦੱਸੂਗਾ। ਪਰ ਬੇਨਤੀ ਇਹ ਆ ਕਿ ਮਨੁੱਖੀ ਅਧਿਕਾਰ ਸਿਰਫ ਬਾਹਰ ਫਿਰਦੇ ਦੇ ਹੀ ਨਹੀਂ, ਜੇਲ੍ਹਾਂ ਦੇ ਵਿੱਚ ਰਹਿਣ ਵਾਲਿਆਂ ਦੇ ਵੀ ਆ। ਜੇਕਰ ਅਸੀਂ ਇਹ ਗੱਲ ਕਹਿੰਦੇ ਆ ਵੀ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਦੇ ਮਨੁੱਖੀ ਅਧਿਕਾਰ ਆ, ਜੇਕਰ ਅਸੀਂ ਇਹ ਗੱਲ ਕਹਿੰਦੇ ਆ ਜੇਲ੍ਹਾਂ ਦੇ ਵਿੱਚ ਹਰ ਵਿਅਕਤੀ ਦੇ ਜਿਹੜਾ ਕਿਸੇ ਵੀ ਦੋਸ਼ ਦੇ ਵਿੱਚ ਬੰਦਾ ਜੇਲ੍ਹ ਦੇ ਵਿੱਚ ਜਾਂ ਹਵਾਲਾਤੀ ਜਾਂ ਕੈਦੀ ਆ ਉਹਦੇ ਮਨੁੱਖੀ ਅਧਿਕਾਰ ਆ, ਤੇ ਫਿਰ ਜਿਹੜੇ ਲੋਕਾਂ ਨੇ, ਜਿਹੜੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਤੋਂ ਉੱਤੇ ਦੇ ਕਈ ਵਰੇ ਪੂਰੇ ਕਰਤੇ ਆ, ਸਜ਼ਾ ਪੂਰੀ ਹੋਈ ਨੂੰ ਕਈ ਸਾਲ ਹੋ ਗਏ ਆ, ਤੇ ਉਹਨਾਂ ਨੂੰ ਫਿਰ ਨਹੀਂ ਜੇਲ੍ਹਾਂ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ, ਤੇ ਉਹਨਾਂ ਦੇ ਮਨੁੱਖੀ ਅਧਿਕਾਰ ਕਿਹੜੇ ਪਾਸੇ ਜਾਣਗੇ ਬਈ। ਉਹਨਾਂ ਦੇ ਵੀ ਮਨੁੱਖੀ ਅਧਿਕਾਰ ਹੈਗੇ ਆ। ਤੇ ਲੰਘੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ। ਹਾਲਾਂਕਿ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਸਿਆਸੀ ਤੌਰ ਦੇ ਉੱਤੇ ਜਿਉਂਦੇ ਹੋਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਵੀ ਭਾਵੇਂ ਜਿਉਂਦੇ ਹੋਣ ਦੇ ਲਈ ਕੀਤਾ ਗਿਆ ਜਾਂ ਜਿਵੇਂ ਵੀ ਕੀਤਾ ਗਿਆ, ਪਰ ਜਿਹਨੇ ਵੀ ਯਤਨ ਕੀਤਾ ਉਹਦਾ ਧੰਨਵਾਦ ਕਰਨਾ ਬਣਦਾ। ਇਹ ਯਤਨ ਸਾਰਿਆਂ ਨੂੰ ਹੀ ਕਰਨੇ ਚਾਹੀਦੇ ਆ। ਮੈਂ ਤਾਂ ਇਹ ਵੀ ਗੱਲ ਕਹਿਣਾ ਵੀ ਆਮ ਆਦਮੀ ਪਾਰਟੀ ਨੂੰ ਵੀ ਕਰਨੇ ਚਾਹੀਦੇ ਆ। ਮੈਂ ਤਾਂ ਇਹ ਵੀ ਗੱਲ ਕਹਿਣਾ ਜੀ ਕਾਂਗਰਸ ਨੂੰ ਵੀ ਕਰਨੇ ਚਾਹੀਦੇ ਆ। ਇਹ ਯਤਨ ਤਾਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਰਨੇ ਚਾਹੀਦੇ ਆ। ਕੋਈ ਇੱਕ ਪਾਰਟੀ ਹੀ ਯਤਨ ਕਿਉਂ ਕਰੇ। ਲੱਗੇ ਕੱਲ੍ਹ ਜੰਤਰ ਮੰਤਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਦੇ ਵੱਲੋਂ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਦੀ ਮੰਗ ਕੀਤੀ ਗਈ ਹੈ ਤੇ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਹੱਥਾਂ ਦੇ ਵਿੱਚ ਫੜੇ ਸੀ ਫੱਟੇ। ਉਹਨਾਂ ਦੇ ਉੱਤੇ ਲਿਖਿਆ ਗਿਆ ਸੀ ਕਿ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਿਆਂ ਬੰਦੀ ਸਿੰਘਾਂ ਨੂੰ ਛੇਤੀ ਤੋਂ ਛੇਤੀ ਰਿਹਾ ਕੀਤਾ ਜਾਵੇ। ਤੇ ਲੰਘੇ ਕੱਲ੍ਹ ਜਦੋਂ ਕੇਂਦਰ ਦਾ ਕੋਈ ਵੀ ਮੰਤਰੀ ਕੋਲੋਂ ਦੀ ਲੰਘਦਾ ਸੀ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਦੇ, ਉਹ ਇਹ ਗੱਲ ਜ਼ਰੂਰ ਕਹਿੰਦੇ ਸੀ ਜੀ ਕਿ ਬੰਦੀ ਸਿੰਘਾਂ ਨੂੰ ਰਿਹਾ ਕਰੋ, ਛੇਤੀ ਕਰੋ। ਪ੍ਰਧਾਨ ਮੰਤਰੀ ਸਾਹਿਬ ਨੇ ਵੀ ਰਿਹਾ ਕਰਨ ਦੀ ਗੱਲ ਕਹੀ ਸੀ, ਪਰ ਹਾਲੇ ਤੱਕ ਕੀਤਾ ਨਹੀਂ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਲੰਘੇ ਕੱਲ੍ਹ ਲੋਕ ਸਭਾ ਦੇ ਮੂਹਰੇ ਪ੍ਰਦਰਸ਼ਨ ਕੀਤਾ ਤੇ ਉੱਥੇ ਜਾਣ ਵਾਲੇ ਹਰ ਕੇਂਦਰੀ ਮੰਤਰੀ ਨੂੰ ਇਸ ਗੱਲ ਦੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਇਸ ਮੌਕੇ ਤੇ ਜੋ ਵੀਡੀਓ ਨਸ਼ਰ ਹੋਈਆਂ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਅਮਿਤ ਸ਼ਾਹ ਨੂੰ ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਂਗੇ, ਪਰ ਹਾਲੇ ਤੱਕ ਨਹੀਂ ਕੀਤਾ ਗਿਆ, ਕਿਰਪਾ ਕਰਕੇ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ। ਦੂਜੇ ਪਾਸੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਜਦੋਂ ਨਿਤਿਨ ਗਡਕਰੀ ਉੱਥੋਂ ਦੀ ਲੰਘਣ ਲੱਗੇ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ, ਉਹਨਾਂ ਦੇ ਵੀ ਮਨੁੱਖੀ ਅਧਿਕਾਰ ਨੇ। ਇਹ ਵੱਖਰੀ ਗੱਲ ਹੈ ਕਿ ਕੇਂਦਰ ਦੇ ਮੰਤਰੀ ਇੰਨੀ ਕੁ ਗੱਲ ਸੁਣ ਕੇ ਅੱਗੇ ਲੰਘ ਜਾਂਦੇ ਸਨ, ਪਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਥੇ ਨਿੱਠ ਕੇ ਮੁੱਦਾ ਚੁੱਕਿਆ ਗਿਆ। ਦੂਜੇ ਪਾਸੇ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਕਾਲੀ ਦਲ ਦੇ ਉੱਤੇ ਸ਼ਬਦਕ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਲੜਾਈ ਬੰਦੀ ਸਿੰਘਾਂ ਦੀ ਰਿਹਾਈ ਲਈ ਨਹੀਂ, ਸਗੋਂ ਅਕਾਲੀ ਦਲ ਦੀ ਹੋਂਦ ਵਾਲੀ ਹੈ। ਹੁਣ ਅਕਾਲੀ ਦਲ ਵਿੱਚ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਲਾ ਦਿੱਤਾ ਜਾਵੇ। ਮੈਂ ਹਰਸਿਮਰਤ ਕੌਰ ਬਾਦਲ ਤੇ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਹਰਸਿਮਰਤ ਕੌਰ ਬਾਦਲ 2019 ਦੇ ਵਿੱਚ ਕੈਬਨਿਟ ਵਿੱਚ ਮੰਤਰੀ ਸੀ, ਫਿਰ ਉਹਨਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦਾ ਚੇਤਾ ਕਿਉਂ ਨਹੀਂ ਆਇਆ। ਹੁਣ ਅਸੀਂ ਸਾਰੇ ਆ ਗਏ ਹਾਂ। ਅੱਜ ਅਮਿਤ ਸ਼ਾਹ ਤੇ ਰਾਜਨਾਥ ਸਿੰਘ ਨੂੰ ਰੋਕ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੁੱਕਿਆ ਜਾ ਰਿਹਾ। ਬੰਦੀ ਸਿੱਖਾਂ ਦੀ ਰਿਹਾਈ ਦੇ ਲਈ ਅਕਾਲੀ ਦਲ ਨੇ ਮੋਰਚਾ ਲਾਇਆ। ਜੰਤਰ ਮੰਤਰ ਤੇ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ।
ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਮਿਤ ਸ਼ਾਹ ਆਏ ਤਾਂ ਸੁਖਬੀਰ ਤੇ ਹਰਸਿਮਰਤ ਕੌਰ ਨੇ ਉਹਨਾਂ ਦੇ ਮੂਹਰੇ ਵੀ ਮੁੱਦਾ ਚੁੱਕਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੂੰ ਵੀ ਅਸੀਂ ਮੰਗ ਪੱਤਰ ਸੌਂਪਾਂਗੇ, ਮੰਗ ਪੱਤਰ ਘਰ ਜਾ ਕੇ ਦੇਵਾਂਗੇ। ਸੁਖਬੀਰ ਨੇ ਕਿਹਾ ਕਿ ਸਾਡੀ ਵਿਚਾਰਧਾਰਾ ਵੱਖ ਹੋ ਸਕਦੀ ਹੈ, ਪਰ ਪੰਥ ਦੇ ਮੁੱਦਿਆਂ ਦੇ ਉੱਤੇ ਅਸੀਂ ਇੱਕ ਹਾਂ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਆਉਂਦੇ ਦਿਨਾਂ ਦੇ ਵਿੱਚ ਵੀ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਲੰਘੇ ਕੱਲ ਬੀਜੇਪੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਚੁੱਕ ਕੇ ਇੱਕ ਵਾਰ ਬਾਕੀ ਪਾਰਟੀਆਂ ਨੂੰ ਵੀ ਜਿਹੜੀਆਂ ਕਿ ਸੁੱਤੀਆਂ ਹੋਈਆਂ ਇਸ ਮਾਮਲੇ ਦੇ ਉੱਤੇ ਹਲੂਣਨ ਦੀ ਕੋਸ਼ਿਸ਼ ਕੀਤੀ ਗਈ ਹੈ। ਦੇਖੋ, ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਅਕਾਲੀ ਦਲ ਦਾ ਗ੍ਰਾਫ ਬਹੁਤ ਡਿੱਗਿਆ। ਕੋਈ ਅਕਾਲੀ ਦਲ ਦਾ ਜਨੂਨੀ ਪ੍ਰਸ਼ੰਸਕ ਵੀ ਹੋਵੇ, ਉਹਨੂੰ ਇਹ ਗੱਲ ਚੰਗੀ ਨਾ ਲੱਗੇ, ਇਹ ਉਹਦਾ ਮਸਲਾ ਸਾਡਾ ਨਹੀਂ। ਪਰ ਜੋ ਹਕੀਕਤ ਉਹ ਇਹੀ ਹੈ ਕਿ 2017 ਦੇ ਵਿੱਚ 15 ਸੀਟਾਂ ਜਿੱਤਣ ਵਾਲੀ ਅਕਾਲੀ ਦਲ ਪਾਰਟੀ 2022 ਦੇ ਵਿੱਚ 3 ਸੀਟਾਂ ਦੇ ਉੱਤੇ ਆ ਗਈ ਤੇ 2022 ਦੇ ਵਿੱਚ ਹੀ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਸੰਗਰੂਰ ਦੀ ਜ਼ਿਮਨੀ ਚੋਣ ਦੇ ਵਿੱਚ 5 ਪਾਰਟੀਆਂ ਮੁਕਾਬਲੇ ਦੇ ਵਿੱਚ ਤੇ 5ਵੇਂ ਨੰਬਰ ਦੇ ਉੱਤੇ ਅਕਾਲੀ ਦਲ ਪਾਰਟੀ ਆਈ ਹੈ। ਇਸ ਹਾਲਾਤ ਦੇ ਵਿੱਚ ਬਣੂਗਾ ਕਿ ਅਕਾਲੀ ਦਲ ਦਾ ਆਉਂਦੇ ਸਮੇਂ ਦੇ ਵਿੱਚ ਸਵਾਲ ਬਹੁਤ ਵੱਡਾ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਤਕੀ ਹਾਰ ਤੋਂ ਬਾਅਦ ਹਾਰ ਦੇ ਕਾਰਨਾਂ ਦੀ ਪੜਤਾਲ ਕਰਨ ਵਾਸਤੇ ਇਕਬਾਲ ਸਿੰਘ ਝੁੰਦਾ ਤੇ ਆਧਾਰਿਤ ਕਮੇਟੀ ਬਣਾਈ ਗਈ। ਹਾਲਾਂਕਿ ਉਸ ਕਮੇਟੀ ਦੀ ਰਿਪੋਰਟ ਨਸ਼ਰ ਨਹੀਂ ਹੋਈ ਵੀ ਕਿਹੜੇ-ਕਿਹੜੇ ਕਾਰਨ ਹਾਰ ਦੇ ਲਈ ਜ਼ਿੰਮੇਵਾਰ ਆ, ਪਰ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਵੀ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਜੀ ਕਿ ਬਹੁ ਗਿਣਤੀ ਲੋਕ ਇਹ ਗੱਲ ਆਖਦੇ ਆ ਕਿ ਸੀਨੀਅਰ ਲੀਡਰਸ਼ਿਪ ਦੇ ਵਿੱਚ ਤਬਦੀਲੀ ਕੀਤੀ ਜਾਵੇ, ਨਵੇਂ ਚਿਹਰੇ ਅੱਗੇ ਲਿਆਂਦੇ ਜਾਣ, ਬਹੁਤ ਸਾਰੀਆਂ ਗਲਤੀਆਂ ਸਾਡੀਆਂ ਐਸੀਆਂ ਜਿਹੜੀਆਂ ਦੇ ਵਿੱਚ ਸੁਧਾਰ ਕੀਤਾ ਜਾਵੇ। ਤੇ ਕਹਿੰਦੇ ਆ ਵੀ ਉਹਦੇ ਵਿੱਚ ਪ੍ਰਧਾਨ ਸਾਹਿਬ ਬਦਲਣ ਦੀ ਗੱਲ ਵੀ ਕੀਤੀ ਗਈ ਹੈ, ਜਿਵੇਂ ਕਿ ਗੱਲਾਂ ਉੱਡਦੀਆਂ ਤੇ ਪਿਛਲੇ ਦਿਨੀ ਇਹ ਗੱਲ ਸਾਹਮਣੇ ਵੀ ਆਈ ਕਿ ਪ੍ਰਧਾਨ ਸਾਹਿਬ ਬਦਲੇ ਜਾ ਰਹੇ ਆ, ਪਰ ਬਾਅਦ ਦੇ ਵਿੱਚ ਇਹ ਗੱਲ ਕਹੀ ਗਈ ਕਿ ਨਹੀਂ, ਇੱਦਾਂ ਜੇਕਰ 1 2 3 ਹਾਰਾਂ ਹੋਣ ਤੇ ਪ੍ਰਧਾਨ ਬਦਲੇ ਨਹੀਂ ਜਾਂਦੇ। ਸੋ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਆਉਂਦੇ ਸਮੇਂ 'ਚ ਕਿੰਨਾ ਕੁ ਮਜ਼ਬੂਤ ਹੋਊ, ਕੀ ਮਜ਼ਬੂਤ ਹੋਊ, ਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅਕਾਲੀ ਦਲ ਨੂੰ ਇੱਕ ਨਵਾਂ ਜੀਵਨਦਾਨ ਦਿਓ? ਕਿਉਂਕਿ ਅੱਜ ਤੱਕ ਅਕਾਲੀ ਦਲ ਨੇ ਸਰਵਾਈਵ ਜਿੰਨਾ ਵੀ ਕੀਤਾ ਉਹ ਪੰਥਕ ਮੁੱਦਿਆਂ ਦੇ ਸਿਰ ਦੇ ਉੱਤੇ ਕੀਤਾ। ਹੁਣ ਪੰਥਕ ਮੁੱਦਿਆਂ ਦੀ ਗੱਲ ਕਰਦਾ ਕਰਦਾ ਅਕਾਲੀ ਦਲ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆ ਜਾਂਦਾ। ਕੀ ਇਹ ਮੁੱਦੇ ਮਾਫਕ ਬਹਿਣਗੇ? ਕੀ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ? ਕੀ ਅਕਾਲੀ ਦਲ ਦੇ ਪ੍ਰਤੀ ਲੋਕਾਂ ਦੇ ਮਨ ਦੇ ਵਿੱਚ ਸਤਿਕਾਰ ਦੀ ਭਾਵਨਾ ਵਧੂਗੀ, ਜਾਂ ਇਹ ਮੁੱਦੇ ਠੁੱਸ ਹੋ ਕੇ ਰਹਿ ਜਾਣਗੇ? ਵਕਤ ਦੱਸੂਗਾ। ਪਰ ਮੇਰੀ ਜ਼ਾਤੀ ਤੌਰ ਦੇ ਉੱਤੇ ਬੇਨਤੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਚਾਹੀਦੀ ਹੈ, ਕਿਉਂਕਿ ਜਦੋਂ ਸਜ਼ਾ ਦਿੱਤੀ ਅਦਾਲਤ ਨੇ, ਜਿੰਨੀ ਦਿੱਤੀ ਉਹਨਾਂ ਨੇ ਉਨੀ ਕੱਟ ਲਈ ਹੈ। ਉਹਦੇ ਤੋਂ ਉੱਤੇ ਵੀ ਕਈ ਵਰੇ ਨਿਕਲ ਗਏ ਆ ਤੇ ਉਹਨਾਂ ਵਿਚਾਰਿਆਂ ਦਾ ਕਸੂਰ ਕੀ ਆ, ਉਹਨਾਂ ਨੂੰ ਕਿਹੜੀ ਗੱਲੋਂ ਰਿਹਾ ਨਹੀਂ ਕੀਤਾ ਜਾਂਦਾ? ਸਵਾਲ ਇਹ ਆ। ਸੋ ਜ਼ਰੂਰਤ ਇਸ ਗੱਲ ਦੀ ਹੈ ਵੀ ਜਦੋਂ ਕੇਂਦਰੀ ਮੰਤਰੀ ਸਾਹਿਬ ਇਹ ਗੱਲ ਕਹਿੰਦੇ, ਗ੍ਰਹਿ ਮੰਤਰੀ ਸਾਹਿਬ ਤੇ ਪ੍ਰਧਾਨ ਮੰਤਰੀ ਸਾਹਿਬ, कि हमने सिखों के लिए बहुत कुछ किया, हम सिखों के साथ हैं, हम सिख भाईचारे का सम्मान करते हैं, तो फिर ये भी सिखा की गल है तो ये सिखा ने मसले भी हल करना चाहिए। लंघे कल जानकारी ये प्राप्त हुई है जी कि लुधियाना की जेल के विचों सिमरजीत सिंह बैंस नूं बदल के बरनाले वाले लिया गया। बरनाले की जेल के विच कारण की होया, हैरान है लोग, क्योंकि जबर जनाह का परचा दर्ज होया, भगौड़ा रहे, उस तो बाद सरैंडर किया ਤੇ ਉਸ ਤੋਂ ਬਾਅਦ ਹੁਣ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ ਨੂੰ ਭੇਜਿਆ ਗਿਆ। ਪਹਿਲਾਂ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਕਿਉਂ ਲੈ ਕੇ ਗਏ ਤੇ ਬਾਅਦ ਦੇ ਵਿੱਚ ਬਰਨਾਲੇ ਵੱਲ ਕਿਉਂ ਲੈ ਗਏ? ਅਸਲ ਦੇ ਵਿੱਚ ਇਹਦੇ ਪਿੱਛੇ ਵੀ ਜੇਲ੍ਹਾਂ ਦਾ ਪ੍ਰਬੰਧ, ਮਾੜਾ ਪ੍ਰਬੰਧ ਜ਼ਿੰਮੇਵਾਰ ਆ। ਮਾੜੇ ਤੋਂ ਮਤਲਬ ਇਹ ਨਹੀਂ ਵੀ ਅੰਦਰ ਕੋਈ ਸ਼ਾਹੀ ਸਹੂਲਤਾਂ ਹੈ ਨਹੀਂ ਜਾਂ ਆਹ ਗੱਲ ਹੈ ਨਹੀਂ। ਅਸਲ ਦੇ ਵਿੱਚ ਜੇਲ੍ਹ ਦੇ ਵਿੱਚ ਲੜਾਈ ਝਗੜਾ ਬਹੁਤ ਹੋਇਆ। ਲੁਧਿਆਣੇ ਵਾਲੀ ਜੇਲ੍ਹ ਦੇ ਵਿੱਚ ਇੰਨਾ ਕੁ ਲੜਾਈ ਝਗੜਾ ਹੋਇਆ ਵੀ ਇੱਕ ਕੈਦੀ ਦੇ ਨੱਕ ਦੇ ਉੱਤੇ ਸੱਟ ਵੱਜੀ, ਕਹਿੰਦੇ ਨੱਕ ਲਾ ਦਿੱਤਾ ਗਿਆ। ਇਸ ਮਾਮਲੇ ਦੇ ਉੱਤੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਲੁਧਿਆਣੇ ਵਾਲੀ ਜੇਲ੍ਹ ਦੇ ਵਿੱਚੋਂ ਸਿਮਰਜੀਤ ਬੈਂਸ ਨੂੰ ਕੱਢ ਕੇ ਬਰਨਾਲੇ ਵਾਲੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ। ਮਤਲਬ ਕਹਿਣ ਦਾ ਇਹ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਉਹੀ ਕੁਝ ਹੋ ਰਿਹਾ ਜਿਹੜਾ ਕੁਝ ਹੁਣ ਤੱਕ ਹੁੰਦਾ ਆ ਰਿਹਾ ਸੀ। ਉਹੀ ਗੈਂਗਵਾਰ, ਉਹੀ ਨਸ਼ੇ, ਉਹੀ ਮੋਬਾਈਲ, ਉਹੀ ਮਾਰਕੁੱਟ, ਉਹੀ ਸਾਰਾ ਕੁਝ ਜੋ ਪਹਿਲਾਂ ਚੱਲਦਾ ਸੀਗਾ ਅੱਜ ਦੀ ਤਰੀਕ ਦੇ ਵਿੱਚ ਵੀ ਹੋ ਰਿਹਾ। ਨਵੇਂ ਜੇਲ੍ਹ ਮੰਤਰੀ ਸਾਹਿਬ ਦੇ ਵੱਲੋਂ ਕਈ ਉਪਰਾਲੇ ਸੁਲੱਖਣੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਗੱਲ ਇਹ ਹੈ ਵੀ ਜਿੰਨੀ ਤਾਣੀ ਵਿਗੜੀ ਹੋਈ ਹੈ, ਤਾਣੀ ਉਲਝੀ ਹੋਈ ਹੈ, ਇਹਨੂੰ ਛੇਤੀ ਕਿਤੇ ਸੁਲਝਾਇਆ ਨਹੀਂ ਜਾ ਸਕਦਾ। ਅਗਲੀ ਗੱਲ ਇੱਕ ਮਹੱਤਵਪੂਰਨ ਹੋਰ ਦੱਸਣੀ ਬਣਦੀ ਹੈ ਕਿ ਜਿਹੜੀ ਔਰਤ ਦੇ ਵੱਲੋਂ ਸਿਮਰਜੀਤ ਬੈਂਸ ਦੇ ਉੱਤੇ ਜਬਰ ਜਨਾਹ ਦੇ ਦੋਸ਼ ਲਾਏ ਗਏ, ਉਹਦੇ ਵੱਲੋਂ ਹੁਣ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ ਵੀ ਪਰਚੇ ਦੀ ਮੰਗ ਕੀਤੀ ਜਾ ਰਹੀ ਹੈ। ਉਹਨੇ ਇਹ ਗੱਲ ਕਹੀ ਹੈ CP ਯਾਨੀ ਕਿ ਪੁਲਿਸ ਕਮਿਸ਼ਨਰ ਨੂੰ ਅਰਜ਼ੀ ਦੇ ਕੇ ਕਿ ਦੇਖੋ ਜੀ, ਬਲਵਿੰਦਰ ਸਿੰਘ ਬੈਂਸ ਦੇ ਵੱਲੋਂ ਮੇਰੇ ਉੱਤੇ ਦੋਸ਼ ਲਾਏ ਗਏ ਸੀ, ਮੇਰੀ ਕਿਰਦਾਰਕੁਸ਼ੀ ਕੀਤੀ ਗਈ, ਮੇਰੇ ਨਾਲ ਜਬਰ ਜਨਾਹ ਹੋਇਆ, ਪਰਚਾ ਦਰਜ ਹੋਇਆ ਤੇ ਬਲਵਿੰਦਰ ਸਿੰਘ ਬੈਂਸ ਨੇ ਗੱਲ ਕਹੀ ਸੀ ਕਿ ਇਹ ਪਖੰਡਬਾਜ਼ੀ ਹੈ,
ਇਹ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ, ਬਲੈਕਮੇਲ ਕਰਨ ਵਾਲੀ ਗੱਲ ਹੈ। ਇਸ ਕਰਕੇ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਉਸ ਔਰਤ ਨੇ ਮੰਗ ਕੀਤੀ, ਮਾਣਹਾਨੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਵਕਤ ਦੱਸੂਗਾ ਕਿ ਲੋਕ ਇਨਸਾਫ ਪਾਰਟੀ ਦਾ ਕੀ ਬਣਦਾ। ਵਕਤ ਨੇ ਬਿਆਨ ਕਰਨਾ ਕਿ ਸਿਮਰਜੀਤ ਸਿੰਘ ਬੈਂਸ ਹੋਰੀ ਬਾਹਰ ਆਉਂਦੇ ਕਿ ਨਹੀਂ ਆਉਂਦੇ, ਤੇ ਵਕਤ ਬਿਆਨ ਕਰੂਗਾ ਜੀ ਕਿ ਬਲਵਿੰਦਰ ਸਿੰਘ ਬੈਂਸ ਦੇ ਉੱਤੇ ਕੀ ਕਾਰਵਾਈ ਹੁੰਦੀ ਜਾਂ ਨਹੀਂ ਹੁੰਦੀ। ਪਰ ਇੱਕ ਗੱਲ ਪੱਥਰ ਤੇ ਲਕੀਰ ਵਰਗੀ ਹੈ ਵੀ ਦੋਸ਼ ਲੱਗੇ ਆ, ਗ੍ਰਿਫਤਾਰੀ ਹੋਈ ਹੈ, ਨਿਆਇਕ ਹਿਰਾਸਤ ਦੇ ਵਿੱਚ ਆ ਸਿਮਰਜੀਤ ਬੈਂਸ। ਜੇ ਤਾਂ ਇਹ ਦੋਸ਼ ਹੋ ਗਏ ਸਾਬਤ ਤਾਂ ਫਿਰ ਲੋਕ ਇਨਸਾਫ ਪਾਰਟੀ ਨੂੰ ਬਚਾ ਕੋਈ ਨਹੀਂ ਸਕਦਾ, ਤੇ ਜੇਕਰ ਦੋਸ਼ ਨਾ ਹੋਏ ਸਾਬਤ ਤੇ ਫਿਰ ਲੋਕ ਇਨਸਾਫ ਪਾਰਟੀ ਨੂੰ ਢਾਹ ਕੋਈ ਨਹੀਂ ਸਕਦਾ। ਕਿਉਂਕਿ ਇੰਨੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਵੀ ਜੇਕਰ ਬੰਦਾ ਬਾਇਜ਼ਤ ਬਰੀ ਹੁੰਦਾ ਤਾਂ ਉਹਦੇ ਨਾਲ ਪਾਰਟੀ ਦਾ ਕੱਦ ਵੀ ਵੱਡਾ ਹੋਊਗਾ ਤੇ ਸਿਮਰਜੀਤ ਬੈਂਸ ਦਾ ਨਿੱਜੀ ਤੌਰ ਤੇ ਕੱਦ ਵੀ ਵੱਡਾ ਹੋਊਗਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਿਮਰਜੀਤ ਬੈਂਸ ਤੇ ਬਲਵਿੰਦਰ ਬੈਂਸ ਨੇ ਵਿਧਾਇਕ ਰਹਿੰਦਿਆਂ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਆ, ਆਪਣੇ ਘਰ ਦੇ ਵਿੱਚ ਸੁਵਿਧਾ ਸੈਂਟਰ ਵੀ ਖੋਲ੍ਹਿਆ। ਪਰ ਵਕਤ ਦੀ ਮਾਰ ਹੈ, ਬਹੁਤ ਸਾਰਾ ਕੁਝ ਹੋਇਆ ਇਹਦੇ ਵਿੱਚ ਅੰਦਰ ਖਾਤੇ ਲੁਕਿਆ ਹੋਇਆ, ਤੇ ਸਿਮਰਜੀਤ ਬੈਂਸ ਹੋਰੀ ਇਸ ਵੇਲੇ ਕਾਨੂੰਨ ਦੀ ਕੜਕੀ ਦੇ ਵਿੱਚ ਫਸੇ ਹੋਏ ਆ। ਸਮੇਂ ਨੇ ਸਾਰਾ ਕੁਝ ਬਿਆਨ ਕਰਨਾ ਵੀ ਉਹਨਾਂ ਦਾ ਰਾਜਨੀਤਿਕ ਸਫ਼ਰ ਕਿੱਥੇ ਜਾ ਕੇ ਮੁੱਕਦਾ ਜਾਂ ਕਿੰਨਾ ਕੁ ਹੋਰ ਚੱਲਦਾ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ।